ਸੰਧਿਆ ਵੇਲੇ ਦੀ ਬਾਣੀ ਸੋ ਦਰ ਰਹਿਰਾਸ, ਰਾਤ ਦੀ ਸੋਹਿਲਾ ਸ਼ਬਦੀ ਬਾਣੀ। ਇਹ ਬਾਣੀਆਂ ਸਾਡੇ ਨਿਤਨੇਮ ਦੀਆਂ ਹਿੱਸਾ। ਅੱਜ ਇਹਨਾਂ ਹੀ ਬਾਣੀਆਂ ਦੇ ਵਿੱਚੋਂ ਰੋਜ਼ ਆਪਾਂ ਸੰਧਿਆ ਵੇਲੇ ਰਹਿਰਾਸ ਬਾਣੀ ਪੜ੍ਹਦੇ ਸੁਣਦੇ ਹਾਂ। ਬੜੇ ਵਿਰਲੇ ਹੁੰਦੇ ਆ ਜਿਹੜੇ ਇਸ ਬਾਣੀ ਨੂੰ ਵਿਚਾਰਦੇ ਆ। ਪੜ੍ਹਨਾ ਸੁਣਨਾ ਇਹ ਪੱਖ ਅਲੱਗ ਹੈ, ਪਰ ਉਹਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਲੈਣਾ ਇਹ ਵਿਰਲਿਆਂ ਦੇ ਹਿੱਸੇ ਵਿੱਚ ਆਉਂਦਾ। ਅਸੀਂ ਸਿਰਫ ਪੜ੍ਹਦੇ ਹਾਂ। ਕਦੇ ਆਪਣੇ ਮਨ ਵਿੱਚ ਝਾਤ ਮਾਰਿਓ ਕਿ ਵੀ ਜੋ ਅਸੀਂ ਪੜ੍ਹ ਰਹੇ ਹਾਂ ਕਿ ਉਹਦੇ ਬਾਰੇ ਸਾਨੂੰ ਨੌਲੇਜ ਹੈ, ਉਹਦੇ ਬਾਰੇ ਸਾਨੂੰ ਸਮਝ ਹੈ। ਜੇ ਤਾਂ ਸਾਨੂੰ ਉਹਦੇ ਬਾਰੇ ਕੋਈ ਸਮਝ ਹੈ ਫਿਰ ਤਾਂ ਸਾਡਾ ਪੜ੍ਹਨਾ ਪ੍ਰਵਾਨ। ਜੇ ਸਾਨੂੰ ਉਹਦੇ ਬਾਰੇ ਸਮਝ ਹੀ ਨਹੀਂ ਤੇ ਭਗਤ ਕਬੀਰ ਜੀ ਤਾਂ ਕਹਿੰਦੇ ਆ ਪੜ੍ਹੇ ਸੁਣੇ ਕਿਆ ਹੋਈ। ਫਿਰ ਪੜ੍ਹਨ ਤੇ ਸੁਣਨ ਦੇ ਨਾਲ ਕੀ ਹੋਵੇਗਾ? ਜਿੰਨਾ ਮਰਜ਼ੀ ਕੋਈ ਪੜ੍ਹੀ ਜਾਵੇ, ਕਿਉਂਕਿ ਪੜ੍ਹਨ ਸੁਣਨ ਦੇ ਨਾਲ ਤਾਂ ਕੁਝ ਨਹੀਂ ਹੋਣਾ, ਸਹਿਜ ਨਾ ਮਿਲੇ ਉਹ ਸੋਈ, ਉਹਦੇ ਵਿੱਚੋਂ ਟਿਕਾ ਨਹੀਂ ਤੁਹਾਨੂੰ ਮਿਲੇਗਾ। ਤੇ ਇਹੋ ਜਿਹੇ ਅਨੇਕਾਂ ਨੇ ਜਿਹੜੇ ਬਾਣੀ ਪੜ੍ਹਦੇ ਰੋਜ਼ ਆ ਪਰ ਟਿਕਾ ਨਹੀਂ, ਅੰਦਰ ਟਿਕ ਨਹੀਂ ਪਾਉਂਦੇ। ਸੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਸਾਡੀ ਝੋਲੀ ਦੇ ਅੰਦਰ ਨਿਤਨੇਮ ਪਾਇਆ। ਆਓ ਇਸ ਬਾਣੀ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਸੀਸ ਨਵਾਈਏ, ਸਤਿਗੁਰੂ ਜੀ ਤੋਂ ਆਸੀਸ ਲਈਏ, ਅਰਦਾਸ ਕਰੀਏ ਕਿ ਵੀ ਇਹ ਜੋ ਪਾਵਨ ਬਾਣੀ ਆਪਾਂ ਵਿਚਾਰਨ ਲੱਗੇ ਹਾਂ, ਇਹ ਵਿਚਾਰ, ਇਹ ਸਮਝ ਸਾਡੇ ਦਿਲ ਹਿਰਦੇ ਅੰਦਰ ਬੈਠ ਜਾਏ। ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ, ਪਿਆਰ ਸਤਿਕਾਰ ਅਦਬ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਕੁ ਬੇਨਤੀਆਂ ਇਸ ਬਾਣੀ ਦੀ ਆਰੰਭਤਾ ਤੋਂ ਪਹਿਲਾਂ। ਹਰੇਕ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਨਿੱਤਾ ਪ੍ਰਤੀ ਕੋਈ ਨਾ ਕੋਈ ਕਰਮ ਕਰਦਾ। ਚਲੋ ਕੁਝ ਕੁ ਉਦਾਹਰਨਾਂ ਸੰਸਾਰ ਦੇ ਵਿੱਚ ਜੋ ਬੰਦੇ ਨਾਲ ਰੋਜ਼ ਦੀਆਂ ਜੁੜੀਆਂ ਹੋਈਆਂ ਨੇ। ਕਿਸੇ ਦਾ ਨਿੱਤ ਦਾ ਕਰਮ ਹੈ ਉੱਠਣਾ, ਅਖਬਾਰ ਪੜ੍ਹਨਾ। ਕਿਸੇ ਦਾ ਨਿੱਤ ਦਾ ਕਰਮ ਹੈ ਉੱਠਣਾ, ਸੈਰ ਕਰਨਾ। ਇਹ ਦੁਨਿਆਵੀ ਗੱਲਾਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਬੜੀ ਕਮਾਲ ਦੀ ਦਾਤ ਸਿੱਖੀ ਦੀ ਝੋਲੀ ਵਿੱਚ ਪਾਈ। ਉਹ ਸੀ ਨਿਤਨੇਮ। ਨਿੱਤ ਦਾ ਅਰਥ ਹੁੰਦਾ ਰੋਜ਼, ਤੇ ਨੇਮ ਜਿਹੜਾ ਆਪਾਂ ਰੱਬ ਨੂੰ ਯਾਦ ਕਰਦੇ ਹਾਂ ਉਹਨੂੰ ਕਹਿੰਦੇ ਆ ਨਿਤਨੇਮ। ਸਤਿਗੁਰੂ ਜੀ ਨੇ ਸਿੱਖ ਦੀ ਝੋਲੀ ਵਿੱਚ ਬਾਣੀ ਪਾਈ ਤੇ ਇੱਕ ਗੱਲ ਆਖੀ, ਇਹ ਰੋਜ਼ ਹੀ ਤੇਰੇ ਜੀਵਨ ਦਾ ਨੇਮ ਹੋ ਜੇ, ਤੂੰ ਬਾਣੀ ਪੜ੍ਹਨੀ ਹੈ। ਗਾਵੋ ਸੁਣੋ ਪੜ੍ਹੋ ਨਿੱਤ ਭਾਈ। ਉੱਥੇ ਵੀ ਸ਼ਬਦ ਨਿੱਤ, ਇੱਕ ਦਿਨ ਨਹੀਂ, 2 ਦਿਨ ਨਹੀਂ ਤਾਂ ਕਈ ਤਾਂ ਇਹੋ ਜਿਹੇ ਨੇ ਜਿਹੜੇ ਕਹਿੰਦੇ ਆ ਮੈਨੂੰ ਤਾਂ 40 ਦਿਨਾਂ ਦੇ ਲਈ ਆਖਿਆ ਸੀ, ਮੇਰੇ 40 ਦਿਨ ਪੂਰੇ ਹੋ ਗਏ, ਹੁਣ ਨਿਤਨੇਮ ਕਿਉਂ ਕਰਨਾ? ਉਹ ਆਪਾਂ ਕਈ ਵਾਰ ਪਖੰਡੀਆਂ ਦੇਹਧਾਰੀਆਂ ਦੇ ਮਗਰ ਲੱਗ ਜਾਂਦੇ ਹਾਂ। ਉਸ ਹਿਸਾਬ ਦੇ ਨਾਲ ਆਪਾਂ ਬਾਣੀ ਪੜ੍ਹੀ ਜਾਂਦੇ ਹਾਂ, ਕਿਉਂਕਿ ਆਪਾਂ ਅੱਜ ਮਾਫ ਕਰਨਾ ਬਾਣੀ ਗਿਣਤੀਆਂ ਤੇ ਮਿਣਤੀਆਂ ਦੇ ਨਾਲ ਹੀ ਪੜ੍ਹ ਰਹੇ ਹਾਂ। ਕੋਈ ਕਹਿੰਦਾ ਕਿ ਵੀ ਆਹ ਬਾਣੀ ਨਹੀਂ ਪੜ੍ਹਨੀ, ਆਹ ਬਾਣੀ ਪੜ੍ਹਨੀ ਹੈ, ਤੇ ਇੱਥੋਂ ਤੱਕ ਮਾਫ ਕਰਨਾ ਬਾਣੀ ਨੂੰ ਵੀ ਆਪਾਂ ਸਮੇਂ ਦੇ ਆਧਾਰ 'ਤੇ ਨਿਸ਼ਚਿਤ ਕੀਤਾ ਹੋਇਆ। ਹਾਲਾਂਕਿ ਬਾਣੀ ਕਿਸੇ ਸਮੇਂ ਦੇ ਆਧਾਰ ਨਹੀਂ ਹੈ। ਚਲੋ ਰਾਗਾਂ ਦਾ ਇੱਕ ਸਮਾਂ ਹੁੰਦਾ, ਰਾਗ ਇਸ ਸਮੇਂ ਪੜ੍ਹਿਆ ਜਾਂਦਾ, ਉਸ ਸਮੇਂ ਪੜ੍ਹਿਆ ਜਾਂਦਾ,
ਉਹ ਆਧਾਰਿਤ ਕੀਤਾ ਹੋਇਆ ਸਮਾਂ। ਤੇ ਮੈਂ ਬੇਨਤੀ ਕਰਾਂ, ਬਾਣੀ ਪੜ੍ਹਦੇ ਹਾਂ ਕਦੀ ਵੀ ਇਹ ਮਨ ਵਿੱਚ ਨਾ ਲਿਆਈਏ ਕਿ ਵੀ ਇਹਦਾ ਸਮਾਂ ਆਏ ਮੈਂ ਇਸੇ ਟਾਈਮ ਹੀ ਪੜ੍ਹਨੀ ਹੈ। ਜਪਜੀ ਸਾਹਿਬ ਨੂੰ ਇਹ ਨਹੀਂ ਕਿ ਵੀ ਆਪਾਂ ਅੰਮ੍ਰਿਤ ਵੇਲੇ ਜਦੋਂ ਮਰਜ਼ੀ ਤੂੰ ਪੜ੍ਹ ਸਕਦਾ, ਪਰ ਅੰਮ੍ਰਿਤ ਵੇਲਾ ਇੱਕ ਨੇਮ ਹੈ। ਉਹਨੂੰ ਥੋੜ੍ਹਾ ਜਿਹਾ ਤੁਸੀਂ ਭਾਵ ਹੋਰ ਪਾਸੇ ਨਾ ਲਿਜਾਇਓ। ਮੈਂ ਬੇਨਤੀ ਜਿਹੜੀ ਕਰ ਰਿਹਾ, ਇਹ ਤੇ ਨਹੀਂ ਕਿਹਾ ਸਤਿਗੁਰੂ ਜੀ ਨੇ ਕਿ ਵੀ ਇਸ ਟਾਈਮ ਪੜ੍ਹਨਾ, ਜਦੋਂ ਮਰਜ਼ੀ ਤੂੰ ਬਾਣੀ ਜਿੱਥੋਂ ਮਰਜ਼ੀ ਪੜ੍ਹ ਸਕਦਾ ਹੈ। ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਕੋਲ ਹੈ, ਜਦੋਂ ਮਰਜ਼ੀ ਬਾਣੀ ਪੜ੍ਹ ਲੈ। ਪਰ ਸਿੱਖ ਦੀ ਝੋਲੀ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਦਾਤ ਪਾਈ ਅੰਮ੍ਰਿਤ ਵੇਲੇ ਦੀ, ਤੇ ਨਾਲ ਇਹ ਸਮਝਾਇਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਨਿੱਤ ਦਾ ਤੇਰਾ ਅੰਮ੍ਰਿਤ ਵੇਲੇ ਦਾ ਕਰਮ ਹੋ ਜਾਏ, ਤੂੰ ਰੋਜ਼ ਹੀ ਨਿਤਨੇਮ ਕਰ। ਤੇ ਉਹਦੇ ਵਿੱਚੋਂ ਹੀ ਸੋਦਰ ਬਾਣੀ, ਉਹ ਵੀ ਸਾਡਾ ਨਿਤਨੇਮ ਦਾ ਹਿੱਸਾ ਹੈ। ਆਪਾਂ ਜਦੋਂ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਇੱਥੋਂ ਤੱਕ ਕਿ ਮਾਫ ਕਰ ਦਿਓ, ਕਈ ਵਾਰ ਮੇਰੇ ਵਰਗਾ ਮੇਰੀ ਕੈਟਾਗਰੀ ਦੇ ਜਿਹੜੇ ਬੰਦੇ ਹੁੰਦੇ ਆ ਨਾ, ਉਹਨਾਂ ਨੂੰ ਵੀ ਕਈ ਵਾਰ ਪਤਾ ਨਹੀਂ ਹੁੰਦਾ ਕਿ ਵੀ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਬਾਣੀ ਦਾ ਸਰਲੇਖ ਕੀ ਹੈ। ਮੈਂ ਆਸ ਕਰਦਾ ਕਿ ਵੀ ਤੁਹਾਨੂੰ ਪਤਾ ਹੋਏਗਾ ਕਿ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਜਪਜੀ ਸਾਹਿਬ ਤੋਂ ਬਾਅਦ, ਉਸ ਤੋਂ ਬਾਅਦ ਸੋਹਿਲਾ ਸਾਹਿਬ, ਵਿਚਕਾਰ ਇਹ ਬਾਣੀ ਆਉਂਦੀ ਹੈ, ਉਹਦਾ ਸਰਲੇਖ ਕੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦਾ ਸਰਲੇਖ ਰਹਿਰਾਸ ਨਹੀਂ ਰੱਖਿਆ। ਇਹ ਖਿਆਲ ਕਰਿਓ, ਬਾਣੀ ਪੜ੍ਹਦਿਆਂ ਰਹਿਰਾਸ ਨਹੀਂ ਆ ਉਹਦਾ ਸਰਲੇਖ। ਉਸ ਬਾਣੀ ਦਾ ਜਦੋਂ ਸ਼ੁਰੂਆਤ ਹੁੰਦੀ ਹੈ 100 ਦਰ ਤੋਂ ਹੁੰਦੀ ਹੈ। ਤੁਸੀਂ ਸਰਲੇਖ ਅੱਜ ਜਾ ਕੇ ਜਿਨ੍ਹਾਂ ਦੇ ਕੋਲ ਪੋਥੀ ਸਾਹਿਬ ਨੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰਾਂ ਵਿੱਚ ਤੁਸੀਂ ਜਾ ਕੇ ਵੇਖਿਓ ਇੱਕ ਵਾਰੀ ਕਿ ਵੀ ਮੈਂ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ, ਤੁਹਾਨੂੰ ਸਮਝ ਲੱਗ ਜਾਏਗੀ। ਰਹਿਰਾਸ ਸ਼ਬਦ ਦੇ ਵੀ ਅਰਥ ਬੜੇ ਕਮਾਲ ਨੇ, ਕਿਉਂਕਿ ਬਾਣੀ ਵਿੱਚ ਵੀ ਬਾਰ-ਬਾਰ ਆਇਆ। ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਇੱਕ ਬਚਨ ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦਾ, ਉਹਦੇ ਵਿੱਚ ਭਾਈ ਗੁਰਦਾਸ ਜੀ ਰਹਿਰਾਸ ਦਾ ਜ਼ਿਕਰ ਕਰਦੇ ਆ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਘਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਉੱਥੇ ਰਹਿਰਾਸ ਦੇ ਅਰਥ ਕੀ ਨੇ? ਚਰਨ ਧੋਏ ਰਹਿਰਾਸ ਘਰ, ਨਮਸਕਾਰ ਕਰਨੀ, ਡੰਡੌਤ ਕਰਨੀ। ਉੱਥੇ ਰਹਿਰਾਸ ਦੇ ਅਰਥ ਨੇ ਨਮਸਕਾਰ ਕਰਨੀ। ਚਲੋ ਕੁਝ ਕੁ ਵਿਦਵਾਨਾਂ ਨੇ ਹੋਰ ਬੜੇ ਕਮਾਲ ਦੇ ਅਰਥ ਕੀਤੇ ਆ। ਕਈ ਇਹਦੇ ਅਰਥ ਮੈਂ ਪੜ੍ਹਦਾ ਸਾਂ, ਭਾਈ ਵੀਰ ਸਿੰਘ ਬੜੇ ਕਮਾਲ ਦੇ ਵਿਦਵਾਨ ਨੇ, ਉਹਨਾਂ ਨੇ ਰਹਿਰਾਸ ਦੇ ਜਦੋਂ ਅਰਥ ਕੀਤੇ ਆ, ਰਹੇ ਰਾਸ ਭਾਵ ਰਾਹ ਰਸਤਾ, ਤੇ ਰਾਸ ਦੇ ਕਈ ਅਰਥ ਪੂੰਜੀ ਵੀ ਕਰਦੇ ਆ, ਰਸਤੇ ਦੀ ਪੂੰਜੀ। ਕਈਆਂ ਨੇ ਦੇ ਅਰਥ ਇਹ ਵੀ ਕੀਤੇ ਆ। ਚਲੋ ਸਭ ਦੇ ਆਪੋ ਆਪਣੇ ਖਿਆਲਾਤ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਇਹ ਸ਼ਬਦ ਜਿਹੜਾ ਹੈ, ਇਹ ਜਦੋਂ ਸਿੱਧਾਂ ਦੇ ਨਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਗੋਸ਼ਟ ਹੁੰਦੀ ਹੈ, ਤੇ ਗੁਰੂ ਨਾਨਕ ਮਹਾਰਾਜ ਜੀ ਉੱਥੇ ਸਿੱਧਾਂ ਨੂੰ ਸੰਬੋਧਨ ਕਰਕੇ ਵੀ ਰਹਿਰਾਸ ਸ਼ਬਦ ਵਰਤੇ, ਪਰ ਉੱਥੇ ਵੀ ਨਮਸਕਾਰ ਹੀ ਹੈ। ਸੋ ਬੇਨਤੀ ਕਰਾਂ, ਜਿਸ ਬਾਣੀ ਨੂੰ ਆਪਾਂ ਰੋਜ਼ ਰਹਿਰਾਸ ਸੋਦਰ ਕਰਕੇ ਪੜ੍ਹਦੇ ਹਾਂ, ਉਸ ਰਹਿਰਾਸ ਦੇ ਅਰਥ ਨੇ ਨਮਸਕਾਰ ਕਰਨੀ। ਇੱਥੋਂ ਫਿਰ ਥੋੜ੍ਹੀ ਜਿਹੀ ਗੱਲ ਨੂੰ ਸਮਝਿਓ। ਸਤਿਗੁਰੂ ਜੀ ਇਹ ਗੱਲ ਤਾਂ ਪਤਾ ਲੱਗ ਗਈ ਕਿ ਵੀ ਰਹਿਰਾਸ ਦਾ ਅਰਥ ਹੁੰਦਾ ਨਮਸਕਾਰ ਕਰਨੀ, ਪਰ ਮੇਰੇ ਮਨ ਵਿੱਚ ਇੱਕ ਦੁਬਿਧਾ ਪੈਦਾ ਹੋ ਜਾਏਗੀ, ਮੇਰੇ ਮਨ ਵਿੱਚ ਇੱਕ ਭਰਮ ਪੈਦਾ ਹੋ ਜਾਏਗਾ। ਕਿਰਪਾ ਕਰੋ, ਜਿੱਥੇ ਤੁਸੀਂ ਮੈਨੂੰ ਇਹ ਸਮਝਾ ਦਿੱਤਾ ਨਾ ਰਹਿਰਾਸ ਦਾ ਅਰਥ ਨਮਸਕਾਰ ਹੁੰਦਾ ਹੈ, ਮੈਨੂੰ ਨਾਲ ਇਹ ਵੀ ਸਮਝਾ ਦਿਓ ਦਾਤਾ ਜੀ, ਮੈਂ ਨਮਸਕਾਰ ਕਰਨੀ ਕਿਹਦੇ ਅੱਗੇ ਹੈ। ਮੈਨੂੰ ਇਸ ਗੱਲ ਦਾ ਵੀ ਪਤਾ ਨਹੀਂ ਹੈ, ਮੈਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ। ਮੈਂ ਤੇ ਬੜਿਆਂ ਅੱਗੇ ਨਮਸਕਾਰ ਕਰ ਦਿੰਦਾ
कि ਜਿਹੜੀਆਂ मैं बड़ियां अगे नमस्कारां करदा कि मेरी कीती नमस्कार प्रवान हो जाएगी, कि मेरा उत्ते सीस झुकाया प्रवान हो जाएगा। पर जे मैं ये गल्लां वेखदा, फिर जदों तुसीं नमस्कार की गल करदे हो, सीस नवाउण की गल करदे हो, तो तुसीं बाणी विच कहंदे हो सीस नवाया क्या थी जा हृदय कसुद्धे जाए। मैं अजाई तो ही नहीं नमस्कारां करी जा रहा, मैं एवें तो ना डंडोतां करी जा रहा। बड़े प्यार दे नाल गुरु ग्रंथ साहिब महाराज जी ने साडी बांह पकड़ी, बांह पकड़ के एक गल समझाई, पुत पहली गल तैनूं ये पता लग गया कि भी रहरास दे अर्थ नमस्कार हुंदे आ मेरा पुत मैं दूजी गल भी तेनू समझा दियां कि भी तेरे मन अंदर ये भरम ना रह जाए, एवें ना थां थां ते डंडोता नमस्कारा करदा फिरे। मैं तेनू दसां नमस्कार करनी किदे अगे है। सतगुरु गुरु ग्रंथ साहिब महाराज कहंदे डंडोत बंधन अनेक बार सर्ब कला समरथ। डंडोत करनी भाव नमस्कार करनी, नमस्कार ओदे अगे करी, डंडोत ओदे अगे करी जिहड़ा सर्ब कला समरथ है। फिर उत्तों फिर एक होर मन दे अंदर सवाल खड़ा हो गया, इहदे अगे ही क्यों। देखो जदों तुसी बाणी नूं, मैं अक्सर ये बेनती करदा, जदों बाणी नूं तुसी इस ढंग दे नाल पढ़ोगे ना, आपे ही सवाल घड़ लैना, आपे ही उस शब्द दे विचों जवाब लभ लैना। मैं कहना बड़ी सौखी फिर तुहाडे लई बाणी पढ़नी, कोई औखा नहीं है। हुण जिवें आपां डंडोत बंधन अनेक बार सर्ब कला समरथ, आपां पंक्ति पढ़ी कि भी नमस्कार करनी है ओदे अगे जिहड़ियां सारियां कलावां दी समर्था रखदा है, सारी पावर जिहदे हत्थ दे विच है। अगे एक सवाल खड़ा हो जाता है, क्यों इहदे अगे क्यों, होर कोई क्यों नहीं। अगे जवाब दिंदा सतगुरु जी कहते हैं जदों तू इहदे अगे अरदास करेगा ना, दुनिया दी हरेक चीज डोलदी है, दुनिया दी हरेक चीज डोलदी है, ते मैं तेनू ओदे अगे अरदास करन दे लई, ओदे अगे नमस्कार करन दे लई कह रहा जिहड़ा कदी ना डोलदा ते ना ही डोलन दिंदा। किन्नी कमाल दी गल है, ना वो डोलदा ना ही वो डोलन दिंदा। नहीं तो माफ करना असी झुके ही उन्हां दे अगे जिहड़े पैर पैर ते वक्त वक्त ते आप डोल जाया करदे आ। ते गुरु ने तो सानू बड़ी किरपा की, रहमत की, सानू लाड़ी ओहदे लाया जिहड़ा कदी भी नहीं डोलदा। डंडोत बंधन अनेक बार सर्ब कला समरथ, डोलन ते राखो प्रभु नानक दे कर हथ। वो हथ दे के बचा लैंदा है, वो डोलन नहीं देंदा, वो तां सगों तू मेरो मेर परबत स्वामी, ओट गही मैं तेरी ना तुम डोलो ना हम गिरते, रख लीनी हार मेरी नमस्कार करनी है ते हरी दे अगे कर। गुरु अर्जन देव महाराज जी का एक बचन, पहला डंडोत का अर्थ नमस्कार, रहरास का अर्थ नमस्कार। मैं तां शब्द लै रहा क्योंकि आपां रहरास बाणी की विचार करन लगे हाँ। थोड़ा जिहा ध्यान नाल अगला बचन आउंदा गुरु अर्जन देव महाराज जी का, आपां पढ़दे हैं कई बार हुक्म के रूप दे विच, बंदना हार बंदना गुण गावो गोपाल राए। शब्द पढ़ लिया। हुण बंधना दे अर्थ की ने। बंधना अक्सर हथ जोड़ के दोवें नमस्कार करनू ही कहिंदे आ बंधना। ते मैं एक बेनती होर आप जी दे चरनां विच करदिआं, नमस्कार हमेशा छोटा वड्डे नूं करिया करदा है, ये ख्याल रखियो। कदी वेखिआ तुसीं वड्डा छोटे नूं नमस्कार करदा होवे? दुनिया दे अंदर जदों भी नमस्कार की जाती है वड्डे नूं हथ जोड़ के की जाती है। ते गुरु साडा सब तो वड्डा है, वड्डा साहिब वड्डी नाई, ते आपां ओहदे अगे हथ जोड़ के, क्योंकि वह वड्डा है, ओहदे अगे हथ जोड़ के एक गल कहने आ, बंधना हार बंधना। हे गुरु ग्रंथ साहिब महाराज, मैं तेरे अगे नमस्कार करदा, मैं तेरे गुण गाउंदा
ਜਿਹੜੇ ਤੂੰ ਮੈਨੂੰ ਦੱਸਦਾ ਹੈ ਤੇਰੇ ਵਰਗਾ ਦੁਨੀਆ ਤੇ ਕੋਈ ਨਹੀਂ, ਕਿਉਂਕਿ ਸਭ ਤੋਂ ਵੱਡਾ ਤੇ ਤੂੰ ਹੀ ਹੈ। ਜਿਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਨਮਸਕਾਰ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ, ਕਿਉਂਕਿ ਉਹਦੇ ਵਰਗਾ ਉਹਦੇ ਵੱਡਾ ਦੁਨੀਆ ਤੇ ਕੋਈ ਨਹੀਂ, ਕਿਉਂਕਿ ਉਹ ਹੈ ਹੀ ਸਭ ਤੋਂ ਉੱਚਾ। ਹਮਰਾ ਠਾਕੁਰ ਸਭ ਤੇ ਉੱਚਾ, ਇਸ ਕਰਕੇ ਬੰਦਨਾ ਹਰ ਬੰਦਨਾ ਇਹਦੇ ਅੱਗੇ ਹੈ। ਚਲੋ ਥੋੜਾ ਜਿਹਾ ਹੋਰ ਰਹਿਰਾਸ ਸ਼ਬਦ ਦੀ ਵਿਆਖਿਆ ਆਪਾਂ ਕਰ ਲੈਂਦੇ ਹਾਂ। ਚੌਪਈ ਸਾਹਿਬਾਣੀ ਹੈ ਕੋਈ ਸਾਡੇ ਵਿੱਚੋਂ ਜਿਹੜਾ ਨਾ ਪੜ੍ਹਦਾ ਹੋਵੇ? ਰੋਜ਼ ਸਾਡਾ ਇਸ ਬਾਣੀ ਦੇ ਨਾਲ ਵਾਸਤਾ ਪੈਂਦਾ ਤੇ ਸਭ ਦੇ ਹਿਰਦਿਆਂ ਦੇ ਅੰਦਰ, ਦਿਲਾਂ ਦੇ ਅੰਦਰ ਇਹ ਬਾਣੀ ਵਸੀ ਹੋਈ ਹੈ। ਨਿਤਨੇਮ ਕਰਦਾ ਜਿਹੜਾ ਨਿਤਨੇਮੀ ਆ ਉਹ ਤਾਂ ਰੋਜ਼ ਹੀ ਚੌਪਈ ਸਾਹਿਬ ਦਾ ਪਾਠ ਕਰਦਾ, ਕਿਉਂਕਿ ਉਹਨੂੰ ਤਾਂ ਗੁਰੂ ਨੇ ਸਿੱਖਿਆ ਹੀ, ਜਿਸ ਵੇਲੇ ਉਹਨੇ ਅੰਮ੍ਰਿਤ ਛਕਿਆ ਸੀ ਤੇ ਗੁਰੂ ਨੇ ਸਿੱਖਿਆ ਹੀ ਇਹ ਦਿੱਤੀ ਸੀ, ਤੂੰ 5 ਬਾਣੀਆਂ ਪੜ੍ਹੀਆਂ ਤੇਰੀਆਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਉਹਦੇ ਵਿੱਚ ਮੈਂ ਚੌਪਈ ਸਾਹਿਬ ਪਾ ਦੇਣ ਲੱਗਾ। ਸਰੋ ਵਿਚਾਰ ਉਹ ਚੌਪਈ ਸਾਹਿਬ ਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਨਾ ਸਾਧ ਸੰਗਤ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਕਦੀ ਖਿਆਲ ਕੀਤਾ ਹੋਵੇ ਤੁਸੀਂ, ਕਦੀ ਉਸ ਬਾਣੀ ਨੂੰ ਪੜ੍ਹਦਿਆਂ ਕਦੀ ਮਨ ਉਸ ਸ਼ਬਦ ਤੇ ਰੁਕਿਆ ਹੋਵੇ ਤੁਹਾਡਾ? ਨਹੀਂ ਤਾਂ ਮਾਫ਼ ਕਰਨਾ, ਅੱਜ ਤਾਂ ਰੇਲ ਹੀ ਬਣਾਈ ਪਈ ਹੈ ਨਾ। ਆਪਾਂ ਪੜ੍ਹਦਿਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਪਜੀ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ, ਕਿਹੜੇ ਵੇਲੇ ਜਾਪ ਸਾਹਿਬ ਚਲਾ ਜਾਂਦਾ ਹੈ, ਕਿਹੜੇ ਵੇਲੇ ਸਾਡਾ ਨਿਤਨੇਮ ਸਮਾਪਤ ਹੋ ਜਾਂਦਾ, ਸਾਨੂੰ ਕਿਹੜਾ ਪਤਾ ਲੱਗਦਾ। ਕਰਨ ਨੂੰ ਆਪਾਂ ਨਿਤਨੇਮ ਬੈਠੇ ਹਾਂ, ਘਰ ਅਸੀਂ ਰਹਿ ਰਾਸ ਰਹੇ ਹਾਂ, ਸਪੀਡ ਆਪਾਂ ਇੰਨੀ ਬੰਨੀ ਹੁੰਦੀ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪ ਖੁਦ ਕੀ ਪੜ੍ਹ ਰਹੇ ਹਾਂ, ਦੂਜਿਆਂ ਨੂੰ ਕੀ ਪਤਾ ਲੱਗਣਾ। ਮੈਂ ਇੱਕ ਬੇਨਤੀ ਕਰਾਂ, ਜਦੋਂ ਤੱਕ ਤੁਹਾਨੂੰ ਖੁਦ ਨੂੰ ਪਤਾ ਨਹੀਂ ਨਾ ਲੱਗੇਗਾ ਮੈਂ ਕੀ ਪੜ੍ਹ ਰਿਹਾ, ਤੁਸੀਂ ਦੂਜੇ ਨੂੰ ਸੁਣਾ ਨਹੀਂ ਸਕਦੇ। ਇਹ ਖਿਆਲ ਰੱਖਿਓ। ਕਲਾਸ ਦੇ ਅੰਦਰ ਟੀਚਰ ਜਿਹੜਾ ਹੈ ਨਾ, ਉਹ ਪੜ੍ਹਾ ਰਿਹਾ, ਉਹਨੂੰ ਪਤਾ ਮੈਂ ਕੀ ਪੜ੍ਹਾ ਰਿਹਾ, ਉਹਨੂੰ ਪਤਾ ਮੈਂ ਕੀ ਪੜ੍ਹਾ ਰਿਹਾ, ਪਰ ਉਹਦੇ ਪੜ੍ਹਾਉਂਦਿਆਂ ਜੇਕਰ ਬੱਚਿਆਂ ਨੂੰ ਹੀ ਨਹੀਂ ਪਤਾ ਲੱਗਿਆ, ਇਹਦਾ ਮਤਲਬ ਕਿ ਇਹਨੂੰ ਖੁਦ ਨੂੰ ਹੀ ਨਹੀਂ ਪਤਾ ਕੀ ਪੜ੍ਹਾ ਰਿਹਾ, ਇਹਨੂੰ ਖੁਦ ਨੂੰ ਹੀ ਨਹੀਂ ਪਤਾ। ਇਹੀ ਕਹਾਣੀ ਸਾਡੇ ਨਾਲ ਹੈ। ਬਾਣੀ ਆਪਾਂ ਰਹਿਰਾਸ ਦੀ ਪੜ੍ਹਦੇ ਹੁੰਦੇ ਹਾਂ, ਸਾਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਵੀ ਆਪਾਂ ਕੀ ਪੜ੍ਹ ਰਹੇ ਹੁੰਦੇ ਹਾਂ, ਪੜ੍ਹਦੇ ਰਹਿਰਾਸ ਹੁੰਦੇ ਹਾਂ। ਤੇ ਇਹ ਖਿਆਲ ਮੈਂ ਤੁਹਾਡਾ ਥੋੜ੍ਹਾ ਜਿਹਾ ਦਿਵਾਉਣਾ ਚਾਹੁੰਦਾ। ਜਿਵੇਂ ਸੋਦਰ ਬਾਣੀ ਆਪਾਂ ਆਰੰਭ ਕਰਨੀ, ਚਲੋ ਅੱਗੇ ਜਾ ਕੇ ਮੈਂ ਬੇਨਤੀ ਕਰਨੀ ਸੀ, ਟੁੱਕ ਮਾਤਰ ਬੇਨਤੀ ਕਰਨ ਲੱਗਾ। ਇਹ ਸ਼ਬਦ ਸੋਦਰ ਕਿਹਾ ਸੋ ਕਰ ਕਿਹਾ, ਤੁਸੀਂ ਸਾਰੇ ਸੂਝਵਾਨ ਬੈਠੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿੰਨੀ ਵਾਰ ਇਹ ਸ਼ਬਦ ਪੜ੍ਹਦੇ ਹੋ ਤੁਸੀਂ, ਕਿੱਥੇ ਕਿੱਥੇ ਪੜ੍ਹਦੇ ਹੋ, ਇਹ ਤੁਹਾਨੂੰ ਪਤਾ ਹੋਏਗਾ। ਹਜੇ ਵੀ ਵੇਖਣਾ ਤੁਸੀਂ, ਜਦੋਂ ਜਪਜੀ ਸਾਹਿਬ ਦੇ ਵਿੱਚ ਸੋਦਰ ਆਉਂਦਾ ਹੈ, ਉਹ ਸੋਦਰ ਤੋਂ ਬਾਅਦ ਬੰਦਾ ਕਰਨਾ ਕੀ ਸ਼ੁਰੂ ਹੁੰਦਾ ਹੈ? ਮੁੰਦਾ ਸੰਤੋਖ। ਬੰਦਾ ਚੇ ਤਿਰਕਣਾ ਪਤਾ ਕੀ ਕਰ ਲੈਂਦਾ, ਸੁਣ ਵੱਡਾ ਆਖੈ ਸਭ ਕੋਈ। ਇਹਦਾ ਮਤਲਬ ਹੈ ਕਿ ਵੀ ਇਹਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਮੈਂ ਜਪਜੀ ਸਾਹਿਬ ਪੜ੍ਹਦਾ ਕਿ ਸੋਦਰ ਰਹਿ ਰਾਸ ਬਾਣੀ ਦਾ ਸ਼ਬਦ ਪੜ੍ਹਦਾ, ਆਪ ਹੀ ਨਹੀਂ ਪਤਾ ਹੁੰਦਾ, ਦੂਜਿਆਂ ਨੂੰ ਕੀ ਪੜ੍ਹਾਏਗਾ। ਇਹ ਸਰੋ ਵਿਚਾਰ, ਇਹ ਮੈਂ ਆਪ ਜੀ ਦੇ ਨਾਲ ਅੱਗੇ ਜਾ ਕੇ ਗੱਲ ਸਾਂਝੀ ਕਰਾਂਗਾ। ਇਹ 2 ਸਵਾਲ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ, ਖਿਆਲ ਰੱਖਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿੰਨੀ ਵਾਰ ਇਹ ਸ਼ਬਦ ਆਇਆ, ਕਿੱਥੇ ਕਿੱਥੇ ਆਇਆ, ਇਹ 2 ਸਵਾਲ ਖਿਆਲ ਵਿੱਚ ਰੱਖਿਓ ਆਪਣੇ। ਮੈਂ ਬੇਨਤੀ ਕਰ ਰਿਹਾ ਸਾਹਿਬ ਜੀ ਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੌਪਈ ਸਾਹਿਬ ਬਾਣੀ ਦੇ ਅੰਦਰ ਨਮਸਕਾਰ ਕਰਨੀ ਸਿਖਾਉਂਦੇ ਆ। ਆਪ ਪੁੱਤ ਮੈਂ ਦੱਸਦਾ, ਨਮਸਕਾਰ ਕਿਹਨੂੰ ਕਰਨੀ ਹੈ, ਕਿਤੇ ਅੱਗੇ ਕਰਨੀ ਹੈ। ਰਹਿਰਾਸ ਤੇ ਕਰਦਾ, ਨਮਸਕਾਰ ਤੇ ਕਰਦਾ, ਪਰ ਤੈਨੂੰ ਇਹ ਨਹੀਂ ਪਤਾ ਕਿ ਵੀ ਕਰਨੀ ਕਿਹਦੇ ਅੱਗੇ ਹੈ। ਹੁਣ ਜੇ ਆਪਾਂ ਦੂਜਿਆਂ ਤੋਂ ਪੁੱਛ ਕੇ ਤੁਰਾਂਗੇ, ਦੂਜੇ ਤਾਂ ਲੋਕ ਪਤਾ ਨਹੀਂ ਕਿੱਥੇ ਕਿੱਥੇ ਥਾਂ ਥਾਂ ਭਟਕਦੇ ਫਿਰਦੇ ਆ। ਹੁਣ ਜੇ ਆਪਾਂ ਗੁਰੂ ਕੋਲੋਂ ਪੁੱਛ ਕੇ ਤੁਰਾਂ, ਗੁਰੂ ਦੀ ਤੇ ਅੰਦਰ ਦੀ ਭਟਕਣਾ ਨਹੀਂ ਨਾ, ਗੁਰੂ ਨੇ ਤੇ ਸਾਡੀ ਭਟਕਣਾ ਦੂਰ ਕਰਦੀ ਹੈ। ਉਹ ਫਿਰ ਬੇਨਤੀ ਕਰਾਂ, ਮੈਂ ਉਹ ਗੁਰੂ ਨਹੀਂ ਹੋ ਸਕਦਾ ਜਿਹੜਾ ਸਾਡੇ ਅੰਦਰ ਦੀ ਭਟਕਣਾ ਹੀ ਖਤਮ ਨਾ ਕਰੇ। ਉਹ ਗੁਰੂ ਨਹੀਂ ਜਿਹੜਾ ਆਪ ਹੀ ਭਟਕਿਆ ਹੋਇਆ ਹੈ, ਜਿਹਨੂੰ ਆਪ ਹੀ ਰਾਹ ਦਾ ਨਹੀਂ ਪਤਾ, ਉਹ ਸਾਨੂੰ ਕੀ ਰਾਹ ਵਿਖਾਏਗਾ।
सानू तां वो गुरु मिलिया। ऐसा गुर वड भागी पाया भूले मार्ग जिन्हें बताया। ऐसा गुर वड भागी पाया थां थां पैर पैर ते साडियां बाहां पड़ के सानू राह ते पा दिंदा है। ऐसे गुरु तो तां बल बल जाना चाहिए। गुरु गोबिंद सिंह महाराज ने आख्या पुत आ मैं तेनू दसदा कि नमस्कार रहरास किहदे अगे करनी है। वो बचन आपां बाणी विच चौपाई साहिब विच पढ़दे हां, नमस्कार तिस ही को हमारी। हुण कौन है जिहदे अगे गुरु गोबिंद सिंह महाराज नमस्कार कर रहे आ? वो कौन है जिहदे अगे धन गुरु गोबिंद सिंह महाराज अपना सिर झुका रहे आ? आओ सतगुरु जी तो पुछिए धन गुरु गोबिंद सिंह महाराज कौन है वो जिहदी गल तुसीं करदे हो? मैनूं तां अज तक समझ नहीं लगी। मैं पढ़दा चौपाई साहिब रोज़ आ, तां भी मैं कदी इत्थे मत्थे टेक लए, कदी इत्थे रगड़ दिता नक, कदी उत्थे। मैं तां कदी तेरे दर ते ओ भरोसे सिदक दे नाल नमस्कार कर ही नहीं सकिया। गुरु गोबिंद सिंह महाराज कहंदे नमस्कार तिस ही को हमारी। कौन? सकल प्रजा जिन आप सवारी। जिन्ने ये सारी प्रजा नूं सवारिया, जिन्ने ये सारा संसार बनाया, जिन्ने ये सारा कुछ पैदा किया, तू नमस्कार करनी है ते उस करते नूं कर। पर मैं भुला आ जान, मैं करते नूं नमस्कार करन दी बजाय मैं उहदी बनाई कोई किरत नूं नमस्कार करन लग गया। कोई दरख्तां नूं नमस्कार पिया करदा है, कोई जानवरां नूं मत्थे पिया टेकदा है, कोई पत्थरां नूं पिया मत्थे टेकदा है। ये नमस्कार नहीं है, किरत नहीं, करते नाल आपां जुड़ना है। हालांकि रोज़ आपां जदों मूल मंत्र पढ़दे आ ते धन गुरु नानक महाराज जी किहदी याद दिवाउंदे आ? एक ओंकार सतनाम करता पुरख। पर साडा सिर फिर किरत वाले पासे झुक जाता है। बेनती करा, सतगुरु जी ने सानू रहरास दिती ते रहरास दे अर्थ करके भी सानू दिते कि भी आ रहरास दे अर्थ ने वेखी किते इन्हां नू अपने हिरदे विचों कढ ना दई। क्योंकि जेकर एक वारी ये तेरे हिरदे चों निकल गए फिर तू ये नहीं कह सकदा सगल द्वार को छाड़ के गयो तुहारो द्वार। फिर तेरे अगे द्वार होणगे पर गुरु का द्वार नहीं होएगा, क्योंकि तेनू तो झुकना ही नहीं आया कि मैं झुकना किदे अगे है। सुरो विचार रहरास दे अर्थ जिहड़े आ वो विद्वानां ने कीते आ नमस्कार करनी या राह रस्ते दी पूंजी। संस्कृत फारसी दे विचों रहरास ये शब्द जिहड़ा लिया गया, जिहदे ये भावार्थ जिहड़े आ भाई वीर सिंह होणां ने कीते या डॉक्टर गुरचरण सिंह जी ने गुरु ग्रंथ साहिब कोश दे अंदर भी इहदे अर्थ कीते, होर भी अनेकां विद्वानां ने कीते आ। सरो विचार अगे तुरीए। सतगुरु जी की इस पावन बाणी का संखेप रूप दे अंदर जदों इहदी आरंभता हुंदी है, आपां पढ़दे हां सोदार रहरास बाणी ते उहदा संखेप रूप दे अंदर जिहड़ा मूल मंत्र है, जिहड़ा आपां गुटका साहिब दे अंदर अक्सर उहदे दर्शन करदे हां, वो ये है एक ओंकार सतगुर प्रसाद। हुण इहदे अर्थां नूं भी थोड़ा जिहा आपां नाल लै लईए। एक ओंकार दे अर्थ की ने, ये भी आपां रोज़ पढ़दे हां मूल मंत्र, आपां रोज़ संखेप रूप भी पढ़दे हां। बाणी दे अंदर संखेप रूप भी अनेकां वार आया, संपूर्ण रूप भी इहदा आया। सो बेनती करा इहदे भावार्थ जिहड़े ने, एक ओंकार परमात्मा एक है। हुण कौन है जिहड़ा एक है, जिन्हों सतगुरु जी की बाणी कहते हैं एको है भाई एको है साहिब मेरा एको है। फिर इत्थे बेनती करिए धन गुरु ग्रंथ साहिब महाराज जे साहिब एक है तो संसार ते दूजा की है? जे परमात्मा एक है फिर दूजा की है? ते गुरु अर्जन देव महाराज उहदा बड़ा कमाल दा एक जवाब दिंदे आ। वो शब्द तुसी पढ़ते हो, चलो है तो मौत के संबंध दे विच शब्द, पर आपां जदों किते खुशी हुंदी है
ਤੇ ਉਹਦੀਆਂ ਪੰਕਤੀਆਂ ਗਾਈਆਂ ਜਾਂਦੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਉਹਦੇ ਰਹਾਉ ਦੀਆਂ ਪੰਕਤੀਆਂ ਵੱਲ ਖਿਆਲ ਕਰਿਓ। ਉਹਦੀਆਂ ਰਹਾਉ ਦੀਆਂ ਪੰਕਤੀਆਂ ਉਸ ਪਰਮਾਤਮਾ ਦੇ ਬਾਰੇ ਬਿਆਨ ਕਰਦੀਆਂ ਨੇ। ਜੇ ਪਰਮਾਤਮਾ ਇੱਕ ਹੈ ਤੇ ਦੂਜਾ ਕੀ ਹੈ? ਉੱਥੇ ਗੁਰੂ ਅਰਜਨ ਦੇਵ ਮਹਾਰਾਜ ਫਿਰ ਉਸ ਗੱਲ ਦਾ ਜਵਾਬ ਦਿੰਦੇ ਆ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਉਸ ਪਾਵਨ ਬਚਨ ਦੀਆਂ ਰਹਾਉ ਦੀਆਂ ਤੁਕਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਤੋਂ ਬਿਨਾ ਆ ਦੂਜਾ ਜੋ ਕੁਝ ਤੈਨੂੰ ਦਿਸਦਾ ਹੈ ਇਹ ਸਾਰਾ ਮਿਥਿਆ ਹੋਇਆ, ਇਹ ਸਦੀਵੀ ਰਹਿਣ ਵਾਲਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਵਿੱਚੋਂ ਚਲੋ ਇਹਨੂੰ ਵੀ ਆਪਾਂ ਥੋੜ੍ਹਾ ਜਿਹਾ ਪੜਚੋਲ ਲੈਂਦੇ ਹਾਂ। ਜਿਵੇਂ ਆਪਾਂ ਸੁਖਮਨੀ ਸਾਹਿਬ ਬਾਣੀ ਪੜ੍ਹਦੇ ਹਾਂ, ਜਿਵੇਂ ਇੱਥੇ ਬਚਨ ਕੀਤਾ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਗੱਲ ਤੇ ਪੱਕੀ ਮੋਹਰ ਲਾ ਦਿੰਦੇ ਆ, ਜੋ ਕੁਝ ਦਿਸਦਾ ਸਭ ਮਿਥਿਆ ਹੋਇਆ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਸਾਰੀ ਪੌੜੀ ਹੀ ਇਸ ਗੱਲ ਨੂੰ ਸਾਬਤ ਕਰ ਦਿੰਦੀ ਹੈ ਕਿ ਵੀ ਜੋ ਕੁਝ ਇੱਕ ਤੋਂ ਬਿਨਾਂ ਨਜ਼ਰ ਆਉਂਦਾ ਉਹ ਸਾਰਾ ਕੁਝ ਬੇਨਸਨਹਾਰ ਹੈ। ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਕਹਿ ਰਹੇ ਆ, ਇੱਕ ਪਰਮਾਤਮਾ ਨਾਲ ਜੁੜ ਜਾ, ਕਿਉਂਕਿ ਇੱਕ ਪਰਮਾਤਮਾ ਕਦੀ ਵੀ ਬਿਨਸਦਾ ਨਹੀਂ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਕਿਉਂਕਿ ਉਹ ਰੱਬ ਇੱਕ ਹੋ ਕੇ ਵੀ ਅਨੇਕ ਹੈ। ਉਹਦੀ ਜੇ ਆਪਾਂ ਇੱਕ ਦੀ ਵਿਆਖਿਆ ਕਰੀਏ ਨਾ ਤੇ ਬੜਾ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ। ਮੈਂ ਇੱਥੋਂ ਤੱਕ ਬੇਨਤੀ ਕਰਾਂ, ਇੱਕ ਦੀ ਵਿਚਾਰ ਬੜੀ ਲੰਮੀ ਹੈ, ਸਮੁੱਚੀ ਬਾਣੀ ਇੱਕ ਦੀ ਗੱਲ ਕਰਦੀ ਹੈ। ਹੁਣ ਜਦੋਂ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੀ ਆਸਾ ਕੀ ਵਾਰ ਬਾਣੀ ਪੜ੍ਹਦੇ ਹੋ, ਉੱਥੇ ਇੱਕ ਬਚਨ ਆਉਂਦਾ, ਆਪ ਨੇ ਆਪ ਸਾਜਿਓ। ਪਰਮਾਤਮਾ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਸਾਜਿਆ। ਆਪ ਨੇ ਆਪ ਸਾਜਿਓ, ਆਪ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ। ਇੱਕ ਤੋਂ ਬਾਅਦ ਪਰਮਾਤਮਾ ਨੇ ਆਪਣੇ ਆਪ ਤੋਂ ਬਾਅਦ ਜਿਹੜਾ ਪਸਾਰਾ ਕੀਤਾ ਉਹ ਦੂਈ ਕੁਦਰਤ ਦਾ ਕੀਤਾ, ਤੇ ਦੂਈ ਕੁਦਰਤ ਨੂੰ ਉਹਨੇ ਬਿਨਸਨ ਵਿੱਚ ਰੱਖ ਦਿੱਤਾ, ਮਿਥਿਆ ਵਿੱਚ ਰੱਖ ਦਿੱਤਾ, ਤੇ ਆਪਣੇ ਆਪ ਨੂੰ ਉਹਨੇ ਇਸ ਤੋਂ ਬਾਹਰ ਰੱਖਿਆ। ਕਿਉਂਕਿ ਰੱਬ ਬਿਨਸਦਾ ਨਹੀਂ। ਉਹਦੇ ਬਾਰੇ ਤਾਂ ਸਤਿਗੁਰੂ ਜੀ ਕਹਿੰਦੇ ਅਬਿਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਇੱਕ ਓੰਕਾਰ, ਪਰਮਾਤਮਾ ਇੱਕ ਹੈ। ਇੱਕ ਤੋਂ ਹੀ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਤੇ ਅਗਲਾ ਸ਼ਬਦ ਹੈ ਜੀ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤ ਦਾ ਅਰਥ ਹੁੰਦਾ ਸੱਚ, ਜਿਹਨੂੰ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਉਹ ਸਤ, ਉਹ ਸੱਚ ਜਿਹੜਾ ਆਦਿ ਤੋਂ ਲੈ ਕੇ ਜੁਗਾਦ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਸੱਚ ਹੈ। ਉਹਨੇ ਕਦੀ ਨਹੀਂ ਹਿੱਲਣਾ, ਉਹਨੇ ਸੱਚ ਹੀ ਰਹਿਣਾ। ਬਚਨ ਤੁਸੀਂ ਪੜ੍ਹਦੇ ਹੋ, ਆਦ ਸੱਚ। ਆਦ ਦਾ ਅਰਥ ਹੁੰਦਾ ਮੁੱਢ ਤੋਂ, ਜੁਗਾਦ ਦਾ ਅਰਥ ਹੁੰਦਾ ਜੁਗਾਂ ਜੁਗਾਂ ਦੇ ਮੁੱਢ ਤੋਂ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਹੁਣ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਉਹਨੇ ਹੀ ਸੱਚ ਰਹਿਣਾ। ਉਹਨੂੰ ਸਤਿਗੁਰੂ ਜੀ ਕਹਿੰਦੇ ਆ ਸਤ ਗੁਰ। ਉਹ ਗੁਰੂ ਜਿਹੜਾ ਸਭ ਦੇ ਅੰਦਰ ਪ੍ਰਕਾਸ਼ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਆ ਜੇ ਤੂੰ ਉਸ ਪਰਮਾਤਮਾ ਨੂੰ ਮਿਲਣਾ ਹੈ ਨਾ, ਫਿਰ ਰੱਬ ਨੂੰ ਮਿਲਣ ਦੀਆਂ ਬੰਦੇ ਨੇ ਜੁਗਤੀਆਂ ਵੀ ਬੜੀਆਂ ਅਪਣਾਈਆਂ। ਹਰੇਕ ਧਰਮ ਦਾ ਆਪੋ ਆਪਣਾ ਰਸਤਾ ਹੈ, ਉਸ ਰਸਤੇ ਤੇ ਤੁਰ ਕੇ ਉਹ ਰੱਬ ਨੂੰ ਮਿਲਣਾ ਚਾਹੁੰਦਾ। ਮੁਬਾਰਕ ਹੈ ਉਹਨਾਂ ਨੂੰ ਉਹਦਾ ਰਸਤਾ। ਉਹ ਆਪਣੇ ਰਸਤੇ ਨੇ, ਗੁਰੂ ਨੇ ਸਾਨੂੰ ਆਪਣਾ ਰਸਤਾ ਚੁਣ ਕੇ ਦਿੱਤਾ। ਤੇ ਮੈਂ ਬੇਨਤੀ ਕਰਾਂ, ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਬੜਾ ਕਮਾਲ ਦਾ ਰਸਤਾ ਦਿੱਤਾ। ਕੋਈ ਔਕਟ ਘਾਟੀ ਨਹੀਂ ਸਾਨੂੰ ਦਿੱਤੀ, ਕੋਈ ਔਖਾ ਨਹੀਂ ਦਿੱਤਾ, ਬਿਲਕੁਲ ਸੌਖਾ। ਉਹ ਕਹਿੰਦਾ ਸੀ ਕਰਵਤ ਥੱਲੇ ਚੀਰਿਆ ਜਾ, ਆਹ ਕੁਝ ਦੇ ਦੇ, ਆਹ ਦਾਨ ਕਰ ਦੇ, ਤੂੰ ਰੱਬ ਨੂੰ ਪਹੁੰਚ ਜਾਏਗਾ। ਗੁਰੂ ਨਾਨਕ ਮਹਾਰਾਜ ਕਹਿੰਦੇ ਤੈਨੂੰ ਕੁਝ ਦੇਣ ਦੀ ਲੋੜ ਨਹੀਂ, ਮੈਂ ਸਿਰਫ ਤੇਰੇ ਕੋਲੋਂ ਆਹ 2-3 ਚੀਜ਼ਾਂ ਮੰਗਦਾ, ਤੂੰ ਸੌਖਾ ਹੀ ਰੱਬ ਨੂੰ ਮਿਲ ਪਾਏਗਾ। ਸਤਿਗੁਰੂ ਜੀ ਉਹ ਕਹਿੰਦਾ ਆਪਣਾ ਆਪ ਅਰਪਣ ਕਰ ਦੇ, ਆਪਣਾ ਤਨ ਆ ਜਿਹੜਾ ਜੋ ਕੁਝ ਕਮਾਇਆ ਹੈ, ਇੱਥੋਂ ਤੱਕ ਅਸਦਾਨ ਗਜਦਾਨ ਸਹਿਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਿਤੈ ਕੀਜੈ। ਉਹ ਕਹਿੰਦਾ ਕਿ ਵੀ ਆਹ ਕਰਵਤ ਥੱਲੇ ਭਾਵੇਂ ਆਪਣੇ ਆਪ 'ਚ ਰੱਬ ਵਿਖਾਵਾਂਗਾ, ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਨਹੀਂ, ਮੈਂ ਸਿਰਫ ਤੇਰੇ ਕੋਲੋਂ ਤੇਰਾ ਮਨ ਤੇ ਤੇਰਾ ਤਨ ਮੰਗਦਾ।
ਜੇ ਤੂੰ ਤਨ ਮਨ ਗੁਰੂ ਨੂੰ ਸੌਂਪ ਦਵੇਂ ਤੂੰ ਸੌਖਾ ਰੱਬ ਨੂੰ ਮਿਲੇਗਾ। ਬਸ ਆਹੀ ਤੇ ਸਭ ਤੋਂ ਔਖੀ ਘਾਟੀ ਹੈ ਕਿ ਵੀ ਨਾ ਤੇ ਅਸੀਂ ਆਪਣਾ ਮਨ ਦੇਣ ਲਈ ਤਿਆਰ ਹਾਂ ਤੇ ਨਾ ਹੀ ਅਸੀਂ ਆਪਣਾ ਤਨ ਦੇਣ ਲਈ ਤਿਆਰ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੈਸੇ 3 ਚੀਜ਼ਾਂ ਦਾ ਜ਼ਿਕਰ ਕੀਤਾ ਰੱਬ ਨੂੰ ਮਿਲਣ ਦੇ ਲਈ। ਉਹ 3 ਚੀਜ਼ਾਂ ਕਿਹੜੀਆਂ? ਜਦੋਂ ਤੁਸੀਂ ਆਨੰਦ ਸਾਹਿਬ ਬਾਣੀ ਪੜ੍ਹਦੇ ਹੋ ਤੇ ਸਤਿਗੁਰੂ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜੇ ਰੱਬ ਦੇ ਰਸਤੇ ਤੇ ਤੁਰਨਾ ਹੈ ਤੇ ਉਹਦੇ ਹੁਕਮ ਨੂੰ ਮੰਨ ਕੇ ਆਪਣਾ ਤਨ ਮਨ ਧਨ ਅਰਪਣ ਕਰ ਦੇ। ਇਹਨਾਂ ਵਿੱਚੋਂ ਬੰਦਾ ਇੱਕ ਚੀਜ਼ ਤਾਂ ਅਰਪਣ ਕਰਨ ਦੇ ਲਈ ਤਿਆਰ ਹੈ, 2 ਚੀਜ਼ਾਂ ਅਰਪਣ ਕਰਨ ਦੇ ਲਈ ਤਿਆਰ ਨਹੀਂ। ਉਹ 2 ਕਿਹੜੀਆਂ ਨੇ? ਇੱਕ ਤਨ ਤੇ ਇੱਕ ਮਨ, ਕਿਉਂਕਿ ਸਭ ਤੋਂ ਜ਼ਿਆਦਾ ਤੇ ਇਹੀ ਚੱਲਣਾ। ਹੁਣ ਗੁਰੂ ਦੀ ਗੱਲ ਸੁਣਨੀ ਮਨ ਕਰਕੇ ਗੈਰ ਹਾਜ਼ਰ ਹੋਵਾਂਗੇ ਤਾਂ ਵੀ ਨਹੀਂ ਸੁਣੀ ਜਾਏਗੀ, ਜੇ ਸਰੀਰ ਕਰਕੇ ਨਹੀਂ ਬੈਠਾਂਗੇ ਤਾਂ ਵੀ ਸਾਡੀ ਹਾਜ਼ਰੀ ਪ੍ਰਵਾਨ ਨਹੀਂ ਹੋਣੀ। ਇਹ ਤਾਂ ਦੋਵੇਂ ਚੀਜ਼ਾਂ ਗੁਰੂ ਘਰ ਵਿੱਚ ਲਾਜ਼ਮੀ ਨੇ। ਜਿੱਥੇ ਤਨ ਦਾ ਹੋਣਾ ਲਾਜ਼ਮੀ ਉੱਥੇ ਮਨ ਦਾ ਹੋਣਾ ਉਦੋਂ ਜ਼ਿਆਦਾ ਲਾਜ਼ਮੀ ਹੈ। ਬਸ ਇਹੀ ਕਹਾਣੀ ਹੈ ਕਿ 2 ਚੀਜ਼ਾਂ ਹੀ ਸਾਨੂੰ ਭੇਟਾ ਕਰਨੀਆਂ ਔਖੀਆਂ ਨੇ। ਧਨ ਦੇਣ ਵਾਲੇ ਤੇ ਬੜੇ ਬੈਠੇ ਨੇ, ਦਾਨੀ ਸੱਜਣ ਨੇ ਜਿਹੜੇ ਕਹਿੰਦੇ ਨੇ ਆਪਣੀ ਜ਼ਿੰਦਗੀ ਦੀ ਸਾਰੀ ਐਸ਼ੋ ਆਰਾਮ ਦੇਣ ਲਈ ਤਿਆਰ ਆ। ਨਹੀਂ, ਬੇਨਤੀ ਕਰਾਂ ਜਿੱਥੇ ਉਹ ਚੀਜ਼ ਜ਼ਰੂਰੀ ਹੈ ਉੱਥੇ ਸਭ ਤੋਂ ਜ਼ਰੂਰੀ ਹੈ ਗੁਰੂ ਨੂੰ ਤਨ ਤੇ ਆਪਣਾ ਮਨ ਦੇਣਾ। ਤੇ ਵੀ ਮੈਂ ਬੇਨਤੀ ਕਰਾਂ ਜੇ ਸਤਿਗੁਰੂ ਨੂੰ ਮਿਲਣਾ ਚਾਹੁੰਦਾ ਹੈ ਨਾ, ਜੇ ਇੱਕ ਨਿਰੰਕਾਰ ਨੂੰ ਮਿਲਣਾ ਹੈ, ਤਾਂ ਮੈਂ ਤਾਂ ਬੇਨਤੀ ਕੀਤੀ ਹੈ ਕਿ ਵੀ 100 ਦਰ ਤੋਂ ਪਹਿਲਾਂ ਸੰਖੇਪ ਰੂਪ ਦੇ ਵਿੱਚ ਮੰਗਲਾਚਰਨ ਆਉਂਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਉੱਥੇ ਬੇਨਤੀ ਕੀਤੀ ਇੱਕ ਓੰਕਾਰ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ। ਤੇ ਦੂਜੀ ਬੇਨਤੀ ਇਹ ਨਾਲ ਕਰ ਦਿੱਤੀ, ਜੇ ਤੂੰ ਮਿਲਣਾ ਹੈ ਉਹ ਢੰਗ ਤਰੀਕਾ ਕਿਹੜਾ ਹੈ, ਉਹ ਮੈਥਡ ਕਿਹੜਾ ਹੈ? ਉਹ ਹੈ ਸਤਿਗੁਰ ਪ੍ਰਸਾਦ। ਇੱਥੇ ਮੈਂ ਬੇਨਤੀ ਕਰਾਂ ਕਈ ਵਾਰ ਆਪਾਂ ਪਾਠ ਕਰਦੇ ਹਾਂ ਪ੍ਰਸ਼ਾਦ। ਦੇਖੋ ਪਾਠ ਦੇ ਵਿੱਚ ਬੜਾ ਅੰਤਰ ਹੈ, ਪ੍ਰਸਾਦ ਤੇ ਪ੍ਰਸ਼ਾਦ। ਜਦੋਂ ਤੁਸੀਂ ਇਹਦਾ ਪਾਠ ਕਰੋਗੇ ਪ੍ਰਸ਼ਾਦ, ਉਹ ਤਾਂ ਰੋਜ਼ ਹੀ ਅਸੀਂ ਕੜਾਹ ਪ੍ਰਸ਼ਾਦ ਲੈਂਦੇ ਹਾਂ, ਹੈ ਨਾ ਜੀ, ਉਹ ਤਾਂ ਰੋਜ਼ ਹੀ ਆਪਾਂ ਲੈਂਦੇ ਹਾਂ। ਕੋਈ ਮਖਾਣਿਆਂ ਦਾ ਪ੍ਰਸ਼ਾਦ ਪਿਆ ਲੈਂਦਾ ਹੈ, ਕੋਈ ਕੜਾਹ ਪ੍ਰਸ਼ਾਦ ਦੀ ਦੇਗ ਲੈ ਰਿਹਾ, ਉਹ ਭਾਵ ਅਰਥ ਨਹੀਂ ਉੱਥੇ। ਮੈਂ ਬੇਨਤੀ ਕਰਾਂ ਪੱਪੇ ਦੇ ਪੈਰ ਥੱਲੇ ਰਾਰਾ ਹੈ, ਉਹਨੂੰ ਨਾ ਤੇ ਪ੍ਰਸਾਦ ਪੜ੍ਹਨਾ ਨਾ ਪ੍ਰਸ਼ਾਦ ਪੜ੍ਹਨਾ, ਉਹਨੂੰ ਫਿਰ ਪੜ੍ਹੀਏ ਕਿਵੇਂ? ਪ੍ਰਸਾਦ ਸੱਸੇ ਥੱਲੇ ਬਿੰਦੀ ਵੀ ਨਹੀਂ ਲਾਉਣੀ ਆਪਾਂ ਉੱਥੇ ਫਿਰ ਅਰਥ ਹੋਣਗੇ। ਜਦੋਂ ਆਪਾਂ ਪ੍ਰਸਾਦ ਅਰਥ ਪਾਠ ਪੜਾਂਗੇ ਉੱਥੇ ਅਰਥ ਹੋਏਗਾ ਕਿਰਪਾ। ਸਤਿਗੁਰ ਦੀ ਕਿਰਪਾ ਦੇ ਨਾਲ ਉਸ ਇੱਕ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਗੁਰ ਕਿਰਪਾ ਜੇ ਨਰ ਕੋ ਕੀਨੀ। ਜਿਸ ਨਰ ਦੇ ਉੱਤੇ, ਜਿਸ ਮਨੁੱਖ ਦੇ ਉੱਤੇ ਗੁਰੂ ਨੇ ਇਹ ਕਿਰਪਾ ਕਰਤੀ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਉਹ ਇਸ ਜੁਗਤੀ ਨੂੰ ਜਾਣ ਜਾਂਦਾ ਹੈ ਕਿ ਵੀ ਰੱਬ ਨੂੰ ਕਿਵੇਂ ਮਿਲਣਾ ਹੈ, ਨਿਰੰਕਾਰ ਦੀ ਪ੍ਰਾਪਤੀ ਕਿਵੇਂ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਮੰਗਲਾਚਰਨ ਮੂਲ ਮੰਤਰ ਜਿਹਨੂੰ ਆਪਾਂ ਕਹਿੰਦੇ ਹਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਦੇ ਦੁਆਰਾ ਉਹਦੀ ਬਖਸ਼ਿਸ਼, ਉਹਦੀ ਰਹਿਮਤ। ਤੇ ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ, ਜੇ ਉਹਦੀ ਬਖਸ਼ਿਸ਼ ਨਹੀਂ ਨਾ ਤਾਂ ਰੱਬ ਤੱਕ ਕਦੀ ਵੀ ਪਹੁੰਚਿਆ ਨਹੀਂ ਜਾ ਸਕਦਾ। ਆਪਾਂ ਸੰਸਾਰ ਤੇ ਵੇਖਦੇ ਹਾਂ, ਆਪਾਂ ਕੋਈ ਰਿਸ਼ਤੇਦਾਰੀ ਬਣਾਉਣੀ ਹੋਵੇ ਨਾ ਤੇ ਵਿੱਚ ਵਿਚੋਲਾ ਪਾਉਂਦੇ ਆ। ਅਸੀਂ ਕਹਿੰਦੇ ਹਾਂ ਕਿ ਵੀ ਆ ਵਿੱਚ ਵਿਚੋਲਾ ਪਾ ਲਿਆ, ਇਹ ਵਿਚੋਲਾ ਸਾਡੇ 2 ਪਰਿਵਾਰਾਂ ਦਾ ਜਿਹੜਾ ਹੈ ਮਿਲਾਪ ਕਰਾਉਣ ਵਾਲਾ ਹੈ, ਤਾਂ ਅਸੀਂ ਇਹਨੂੰ ਵਿੱਚ ਪਾਇਆ। ਇਸ ਤਰ੍ਹਾਂ ਹੀ ਹੁੰਦਾ ਸੰਸਾਰ ਦੇ ਅੰਦਰ। ਹੁਣ ਚੇਤੇ ਰੱਖਣਾ, ਇੱਕ ਤੁਸੀਂ ਹੋ, ਇੱਕ ਰੱਬ ਹੈ ਤੇ ਵਿੱਚ ਖਲੋਤਾ ਗੁਰੂ ਹੈ। ਹੁਣ ਜਿਹੜਾ ਵਿੱਚ ਖਲੋਤਾ ਉਹ ਵਿਚੋਲਾ ਗੁਰੂ ਹੈ। ਆਪਾਂ ਆ ਆਪਣੀ ਮੰਜ਼ਿਲ ਹੈ ਰੱਬ, ਤੇ ਰੱਬ ਤੱਕ ਪਹੁੰਚਣ ਦੇ ਲਈ ਵਿਚੋਲੇ ਗੁਰੂ ਦੀ ਲੋੜ ਪੈਂਦੀ ਹੈ। ਜੇ ਗੁਰੂ ਨੂੰ ਵਿੱਚ ਨਹੀਂ ਪਾਵਾਂਗੇ ਕਦੀ ਵੀ ਆਪਾਂ ਰੱਬ ਤੱਕ ਪਹੁੰਚ ਨਹੀਂ ਪਾਵਾਂਗੇ। ਚਲੋ ਸੌਖੀ ਜੇ ਇੱਕ ਹੋਰ ਉਦਾਹਰਨ ਦੇ ਦੇਣਾ। ਮੈਂ ਆਖਾਂ ਕਿ ਵੀ ਮੈਂ ਆਪਣੇ ਯਤਨ ਦੇ ਨਾਲ ਤੈਰ ਕੇ ਉਸ ਕਿਨਾਰੇ ਤੇ ਚਲਾ ਜਾਵਾਂ, ਐਡੇ ਵੱਡੇ ਸਮੁੰਦਰ ਨੂੰ ਤੈਰ ਕੇ ਕਿਵੇਂ ਤੂੰ ਪਾਰ ਕਰ ਲਏਗਾ? ਨਹੀਂ ਕਰ ਸਕਦਾ। ਵਿਚਕਾਰ ਕੀ ਹੈ?
ਪਾਣੀ ਵਿੱਚ ਚੱਲਣ ਵਾਲਾ ਉਹ ਜਹਾਜ਼ ਹੈ, ਨਦੀ ਵਿੱਚ ਚੱਲਣ ਵਾਲੀ ਉਹ ਨਾਵ ਹੈ, ਜਿਹਦੇ ਵਿੱਚ ਸਵਾਰ ਹੋ ਕੇ ਤੂੰ ਉਸ ਕਿਨਾਰੇ ਤੇ ਪਹੁੰਚ ਸਕਦਾ ਹੈ। ਉਸ ਨਾਵ ਤੋਂ ਬਿਨਾਂ, ਉਸ ਜਹਾਜ਼ ਤੋਂ ਬਿਨਾਂ ਤੂੰ ਉਸ ਪਾਰ ਜਾ ਹੀ ਨਹੀਂ ਸਕਦਾ। ਤੇ ਮੈਂ ਬੇਨਤੀ ਕਰਾਂ, ਗੁਰੂ ਤੋਂ ਬਗੈਰ ਤੂੰ ਉਸ ਰੱਬ ਤੱਕ ਪਹੁੰਚ ਹੀ ਨਹੀਂ ਸਕਦਾ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਗੁਰੂ ਜਹਾਜ਼ ਹੈ। ਹਾਲਾਂਕਿ ਬਾਣੀ ਦੇ ਅੰਦਰ ਸਤਿਗੁਰੂ ਜੀ ਨੂੰ ਮਲਾਹ ਵੀ ਆਖਿਆ, ਸਤਿਗੁਰੂ ਜੀ ਨੂੰ ਬੋਹਿਥਾ ਵੀ ਆਖਿਆ। ਚਲੋ ਅਨੇਕਾਂ ਨਾਵਾਂ ਦੇ ਨਾਲ ਸਤਿਗੁਰੂ ਜੀ ਨੂੰ ਸੰਬੋਧਨ ਕੀਤਾ। ਜਿਵੇਂ ਕੱਲ ਬੇਨਤੀ ਕੀਤੀ ਸੀ, ਇਤਿਹਾਸ ਦੇ ਵਿਚਾਰ ਕਰਦੇ ਹਾਂ, ਭੱਟ ਸਾਹਿਬਾਨ ਕਹਿੰਦੇ ਆ, ਕਲਯੁਗ ਜਹਾਜ਼ ਅਰਜਨ ਗੁਰੂ। ਹੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਕਲਯੁਗ ਜਹਾਜ਼ ਹੋ। ਤੁਸੀਂ ਉਹ ਜਹਾਜ਼ ਹੋ ਜਿਹੜਾ ਤੁਹਾਡੇ ਇੱਕ ਵਾਰੀ ਨਾਮ ਰੂਪੀ ਜਹਾਜ਼ ਦੇ ਅੰਦਰ ਬੈਠਦਾ ਹੈ, ਤੁਸੀਂ ਉਹਨੂੰ ਰੱਬ ਤੱਕ ਲੈ ਕੇ ਚਲੇ ਜਾਂਦੇ ਹੋ। ਇਸੇ ਕਰਕੇ ਸਤਿਗੁਰ ਪ੍ਰਸਾਦ। ਤੇ ਜਿਹੜਾ ਬਚਨ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਾਂਝਾ ਕੀਤਾ, ਉਹਦੇ ਵਿੱਚ ਵੀ ਸਤਿਗੁਰ ਅਖੀਰ ਵਿੱਚ ਇਹੀ ਕਹਿੰਦੇ ਆ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਬਛਾਨੀ। ਰੱਬ ਤੱਕ ਜਦੋਂ ਪਹੁੰਚ ਗਿਆ, ਗੁਰੂ ਦੀ ਕਿਰਪਾ ਦੇ ਨਾਲ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਫਿਰ ਉਹ ਮਿਲ ਜਾਂਦਾ ਰੱਬ ਦੇ ਵਿੱਚ, ਕਿਹਦੀ ਕਿਰਪਾ ਦੇ ਨਾਲ? ਗੁਰ ਕਿਰਪਾ ਦੇ ਨਾਲ, ਸਤਿਗੁਰ ਪ੍ਰਸਾਦ ਦੇ ਨਾਲ। ਤੇ ਮੈਂ ਬੇਨਤੀ ਕਰਾਂ, ਸਤਿਗੁਰ ਦੀ ਕਿਰਪਾ ਦਾ ਹੋਣਾ ਸਾਡੇ ਉੱਤੇ ਬੜਾ ਜ਼ਰੂਰੀ ਹੈ। ਜੇ ਗੁਰੂ ਦੀ ਕਿਰਪਾ ਨਹੀਂ ਤੇ ਬੇਨਤੀ ਕਰਾਂ, ਅਸੀਂ ਕੱਖ ਵੀ ਨਹੀਂ। ਇਸ ਕਰਕੇ ਰੋਜ਼ ਗੁਰੂ ਦੇ ਅਰਦਾਸ ਕਰੀਏ, ਸਤਿਗੁਰ ਕਿਰਪਾ ਬਣਾ ਕੇ ਰੱਖੀ। ਸਾਡੀ ਮੰਜ਼ਿਲ ਇਹ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਤੇ ਇਹ ਬਰੀਆ ਤੇਰੇ ਤੋਂ ਬਿਨਾਂ ਸਾਡੀ ਇਹ ਪੂਰੀ ਨਹੀਂ ਕਰ ਸਕਦਾ। ਸਤਿਗੁਰ ਦਾਤਾ ਕਿਰਪਾ ਕਰੇ। ਸਿਰਫ ਇੱਕ ਰਹਿਰਾਸ ਸ਼ਬਦ ਤੇ ਇੱਕ ਮੂਲ ਮੰਤਰ ਜਿਹੜਾ ਇਸ ਬਾਣੀ ਦੀ ਵਿਚਾਰ ਤੋਂ ਪਹਿਲਾਂ ਆਇਆ, ਮੈਂ ਇਹ ਦੋ ਸ਼ਬਦਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੱਲ ਨੂੰ ਬਾਣੀ ਦੇ ਅੰਦਰ ਜਿਹੜਾ ਸੋਧਰ ਸ਼ੁਰੂ ਹੁੰਦਾ ਹੈ, ਤੇ ਮੈਂ ਇੱਕ ਬੇਨਤੀ ਕਰਾਂ, ਦੋ ਸਵਾਲ ਮੈਂ ਤੁਹਾਨੂੰ ਕੀਤੇ ਆ, ਉਹ ਤੁਸੀਂ ਵੀ ਸੋਚ ਕੇ ਆਇਓ ਆਪਣੇ ਮਨ ਦੇ ਵਿੱਚ। ਸੋਧਰ ਸ਼ਬਦ ਜਿਹੜਾ, ਇਹ ਸ਼ਬਦ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿੰਨੀ ਵਾਰ ਆਇਆ? ਤੀਜੀ ਇੱਕ ਗੱਲ ਹੋਰ ਨਾਲ ਐਡ ਕਰ ਲਿਓ, ਇੱਕ ਕਿੰਨੀ ਵਾਰ ਆਇਆ, ਕਿੱਥੇ ਕਿੱਥੇ ਆਇਆ, ਤੇ ਆਪਾਂ ਜਿਹੜਾ ਕਿੱਥੇ ਕਿੱਥੇ ਪੜ੍ਹਦੇ ਹਾਂ। ਦੂਜਾ ਤੀਜਾ ਇਹ ਜਿਹੜਾ ਜਪਜੀ ਸਾਹਿਬ ਤੇ ਸੋਧਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਕਿੰਨੇ ਜਿਹੜੇ ਫਰਕ ਨੇ, ਉਹ ਫਰਕ ਵੀ ਤੁਸੀਂ ਜਾ ਕੇ ਲੱਭਣ ਦੀ ਕੋਸ਼ਿਸ਼ ਕਰਿਓ। ਇਹ ਤਿੰਨ ਸਵਾਲ ਆਪਣੇ ਮਨ ਵਿੱਚ ਧਾਰਨ ਕਰਿਓ ਤਾਂ ਕਿ ਸਾਨੂੰ ਅੱਗੇ ਜਾ ਕੇ ਇਹ ਸੌਖਾ ਹੋ ਜਾਏ। ਸਤਿਗੁਰ ਦਾਤਾ ਕਿਰਪਾ ਕਰੇ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ। ਭੁੱਲਾਂ ਦੀ ਖਿਮਾ, ਬੋਲਦਿਆਂ ਪਾਸੋਂ ਨੇਕਾਂ ਹੋ ਜਾਂਦੀਆਂ।